पंजाबी दूजियां ਜ਼ਬਾਨਾਂ ਵਾਂਗ हर दौर ਦੇ ਨਾਲ ਤਬਦੀਲ ਹੋ ਰਹੀ ਹੈ। ਉਹਦੇ ਵਿੱਚ ਜੋ ਜਿਹੜਾ ਅਦਬ ਲਿਖਿਆ ਜਾ ਰਿਹਾ ਹੈ, ਉਹਦਾ ਮੁਹਾੜ, ਉਹਦਾ ਮਜ਼ਾਜ, ਉਹਦਾ ਸੁਭਾਅ ਵੇਲੇ ਦੇ ਨਾਲ ਨਏ ਮੌਜ਼ੂਆਤ ਲੈ ਕੇ ਆ ਰਹੇ ਹੈ, ਨਏ ਰੁਝਾਨਾਤ ਉਹਦੇ ਸ਼ਾਮਿਲ ਹੋ ਰਹੇ ਨੇ। ਲੇਕਿਨ ਚੂँਕਿ ਸਾਡੇ ਕੋਲ ਪੰਜਾਬੀ ਦਾ ਸਰਮਾਇਆ, ਕਲਾਸੀਕੀ ਸਰਮਾਇਆ ਇੱਕ ਗਾਲਿਬ ਅਸਰ ਰੱਖਦਾ ਹੈ, ਅਤੇ ਉਹਦੇ ਤੋਂ ਅਸੀਂ ਵੱਖ ਹੋ ਕੇ ਨਹੀਂ ਕੋਈ ਗੱਲ ਕਰ ਸਕਦੇ, ਸੋਚ ਸਕਦੇ। ਅੱਜ ਕੱਲ੍ਹ ਵੀ ਸਾਡੀ ਜਿਹੜੀ ਗਜ਼ਲ ਜਾਂ ਨਜ਼ਮ ਜਾਂ ਅਫਸਾਨੇ ਦੇ ਮੌਜ਼ੂਆਤ ਜਾਂ ਮੁਖਤਲਿਫ ਜਦੀਦ ਜ਼ਮਾਨੇ ਦਾ ਰੰਗ ਉਸ ਵਿੱਚ ਮੌਜੂਦ ਹੈ। ਜਦੀਦ ਜ਼ਮਾਨੇ ਦੇ ਹਾਲਾਤ, ਜਦੀਦ ਜ਼ਮਾਨੇ ਦੇ ਤਕਾਜ਼ੇ, ਅੱਜ ਦੇ ਇਨਸਾਨ ਦੇ ਮਾਮਲਾਤ ਉਸ ਵਿੱਚ ਪੂਰੀ ਤਰ੍ਹਾਂ ਆ ਰਹੇ ਨੇ। ਲੇਕਿਨ ਉਸ ਦਾ ਇੱਕ ਅਮੂਮੀ ਮਜ਼ਾਜ, ਉਹਦੇ ਉੱਤੇ ਕਲਾਸੀਕ ਦਾ ਇੱਕ ਰੰਗ ਹੁਣ ਵੀ ਗਾਲਿਬ ਹੈ। ਸਾਡੀ ਗਜ਼ਲ ਉਸ ਤਰ੍ਹਾਂ ਨਵੀਂ ਨਹੀਂ ਜਿਸ ਤਰ੍ਹਾਂ ਬਾਕੀ ਜ਼ਬਾਨਾਂ ਵਿੱਚ ਗਜ਼ਲ ਲਿਖੀ ਜਾ ਰਹੀ ਹੈ। ਬਹੁਤ ਉਰਦੂ ਦਾ ਅਸਰ ਉਸ 'ਤੇ ਅੱਜ ਵੀ ਅਸੀਂ ਮਹਿਸੂਸ ਕਰਦੇ ਹਾਂ। ਫਿਰ ਉਹਦੇ ਨਾਲ ਇੱਕ ਹੋਰ ਖਰਾਬੀ ਇਹ ਆ ਰਹੀ ਹੈ ਕਿ ਉਹ ਪੰਜਾਬੀ ਦਾ ਖਾਸ ਰੰਗ ਸ਼ਾਇਰੀ ਰਾਹੀਂ ਜ਼ਾਹਿਰ ਨਹੀਂ ਹੋ ਰਿਹਾ। ਉਹਦੇ ਉੱਤੇ ਅੰਗਰੇਜ਼ੀ ਦੇ ਅਸਰਾਤ ਬਹੁਤ ਜ਼ਿਆਦਾ ਨੇ ਔਰ ਉਰਦੂ ਦੇ ਅਸਰਾਤ ਬਹੁਤ ਜ਼ਿਆਦਾ ਨੇ, ਜਿਸ ਦੀ ਵਜ੍ਹਾ ਦੇ ਨਾਲ ਪੰਜਾਬੀ ਦੀ ਉਹ ਖਾਸ ਜਿਹੜੀ ਸ਼ਕਲ ਹੈ ਉਹ ਸਾਨੂੰ ਨਹੀਂ ਮਿਲ ਰਹੀ। ਲੇਕਿਨ ਇਸਨੇ ਬਾਵਜੂਦ ਬਹੁਤ ਅੱਛੀ ਗਜ਼ਲ ਵੀ ਲਿਖੀ ਜਾ ਰਹੀ ਹੈ ਔਰ ਬਹੁਤ ਅੱਛੀ ਨਜ਼ਮ ਵੀ ਲਿਖੀ ਜਾ ਰਹੀ ਹੈ। ਜਿਸ ਤਰ੍ਹਾਂ ਜਦੀਦ ਇਨਸਾਨ ਦੇ ਜਿਹੜੇ ਮਸਾਇਲ ਨੇ ਪੂਰੇ ਆਲਮ ਦੇ ਵਿੱਚ ਮੁਖਤਲਿਫ ਤਹਿਰੀਕਾਂ, ਮੁਖਤਲਿਫ ਨਜ਼ਰੀਆਂ, ਮੁਖਤਲਿਫ ਤਸਵੁਰਾਤ ਦੇ ਜ਼ਰੀਏ ਉਹ ਫੈਲ ਰਹੇ ਨੇ, ਉਹਨਾਂ ਦਾ ਫਰੋਗ ਹੋ ਰਿਹਾ ਔਰ ਉਹਨਾਂ ਦੇ ਅਸਰਾਤ ਪੰਜਾਬੀ ਅਦਬੀਆਤ 'ਤੇ ਵੀ ਪੈ ਰਹੇ ਨੇ। ਮੁਖਤਲਿਫ ਰਸਾਲਿਆਂ ਵਿੱਚ ਤੁਸੀਂ ਛਪਣ ਵਾਲੀ ਸ਼ਾਇਰੀ, ਖਾਸ ਤੌਰ 'ਤੇ ਤੁਸੀਂ ਲਾਹੌਰ ਤੋਂ ਨਿਕਲਣ ਵਾਲੇ ਜਿਹੜੇ ਪਰਚੇ ਨੇ ਉਹਨਾਂ 'ਚ ਵੇਖੋਗੇ ਅਤੇ ਤੁਹਾਨੂੰ ਉਹਨਾਂ 'ਚ ਜਦੀਦ ਹਿੱਸੀਅਤ, ਜਦੀਦ ਜ਼ਮਾਨੇ ਦਾ ਰੰਗ ਔਰ ਅੱਜ ਦੇ ਇਨਸਾਨ ਦੇ ਮਸਾਇਲ ਉਹਦੇ ਵਿੱਚ ਪੂਰੀ ਤਰ੍ਹਾਂ ਸ਼ਾਇਰਾਂ ਨੇ ਬਿਆਨ ਕੀਤੇ ਹੋਏ ਨੇ ਔਰ ਇੱਕ ਆਪਣੇ ਜ਼ਾਵੀਏ ਦੇ ਨਾਲ, ਆਪਣੀ ਐਂਗਲ ਦੇ ਨਾਲ, ਆਪਣੇ ਸਮਾਜ ਨੂੰ, ਆਪਣੇ ਮੁਆਸ਼ਰੇ ਨੂੰ ਮੁੱਖ ਰੱਖਦਿਆਂ ਹੋਇਆ ਉਹਨਾਂ ਨੂੰ ਬਿਆਨਣ ਦਾ ਉਪਰਾਲਾ ਕੀਤਾ ਹੈ। ਕੁਝ ਗਜ਼ਲਾਂ ਲਿਖੀਆਂ, ਕੁਝ ਨਜ਼ਮਾਂ ਲਿਖੀਆਂ ਔਰ ਇੱਕ ਉਸ 'ਚ ਮੈਂ ਇਹ ਕੀਤਾ ਕਿ ਆਪਣੇ ਲੋਕਲ ਡਾਇਲੈਕਟ ਨੂੰ, ਖੇਬੀ ਬੋਲੀ ਨੂੰ ਵੀ ਪੇਸ਼ ਕੀਤਾ। ਆਪਣੀ ਨਜ਼ਮਾਂ ਕੁਝ ਖੇਬੀ ਬੋਲੀ ਵਿੱਚ ਲਿਖੀਆਂ, ਕੁਝ ਟਕਸਾਲੀ ਵਿੱਚ ਮੈਂ ਲਿਖੀਆਂ। ਉਹ ਸਾਰੀਆਂ ਇੱਕ ਮਜਮੂਏ ਦਾ ਕੋਈ ਹੁਣ ਤੱਕ ਕੰਮ ਹੋ ਚੁੱਕਿਆ। ਉਹ ਮਜਮੂਆ ਮੈਂ ਇੱਕ ਮੁਰਤਬ ਕਰ ਰਿਹਾ। ਉਹਦੇ ਵਿੱਚ ਕੋਈ ਨਜ਼ਮਾਂ ਨੇ, ਕੋਈ ਗਜ਼ਲਾਂ ਨੇ, ਉਹਦੇ ਦੋ ਹਿੱਸੇ ਨੇ। ਇੱਕ ਖੇਬੀ ਹਿੱਸਾ ਹੈ ਔਰ ਇੱਕ ਹਿੱਸਾ ਟਕਸਾਲੀ ਬੋਲੀ ਦੇ ਵਿੱਚ ਹੈ। ਕੁਝ ਨਜ਼ਮਾਂ ਮੈਂ ਟਕਸਾਲੀ ਦੀਆਂ ਪਹਿਲੇ ਪੇਸ਼ ਕਰਦਾ, ਫਿਰ ਮੈਂ ਇੱਕ ਅੱਧ ਨਜ਼ਮ ਖੇਬੀ ਦੀ ਵੀ। ਦਿਲ ਡੁੱਬਿਆ ਜਾਵੇ ਨੀ, ਨਾ ਪੈਂਡਾ ਕਟਿਆ ਨੀ, ਨਾ ਰਾਤਾਂ ਮੁੱਕੀਆਂ ਨੀ, ਨਾ ਘੁੰਗਰੂ ਛਣਕੇ ਨੀ, ਨਾ ਟਲੀਆਂ ਵੱਜੀਆਂ ਨੀ, ਨਾ ਚਾਨਣ ਫੁੱਟੇ ਨੀ, ਨਾ ਗਲੀਆਂ ਜਗੀਆਂ ਨੀ, ਨਾ ਮੋਮਨ ਜਾਗੇ ਨੀ, ਨਾ ਬਾਂਗਾਂ ਮਿਲੀਆਂ ਨੀ, ਬੰਦੇ ਵੀ ਸੁੱਤੇ ਨੀ, ਸੁਫਨੇ ਵੀ ਸੁੱਤੇ ਨੀ, ਗੁਲਸ਼ਨ ਵੀ ਸੁੰਝਾਏ, ਬੇਲੇ ਵੀ ਸੁੱਤੇ ਨੀ, ਦਿਲ ਡੁੱਬਿਆ ਜਾਵੇ ਨੀ, ਕੁਝ ਸਮਝ ਨਾ ਆਵੇ ਨੀ ਮੈਂ ਹਾੜੇ ਕਰ ਕਰ ਥੱਕੀ, ਚੇਤਰ ਰੰਗੀਆਂ ਰੁੱਤਾਂ ਲੰਘੀਆਂ, ਮੈਂ ਸੁਫਨੇ ਤੱਕ ਤੱਕ ਅੱਕੀ, ਮਾਹੀ ਲੈਂਦਾ ਨਾ ਹੀ ਸਾਰਾਂ, ਕੋਈ ਗੱਲ ਨਹੀਂ ਦੱਸਦਾ ਪੱਕੀ, ਨੀ ਮੈਂ ਹਾੜੇ ਕਰ ਕਰ ਥੱਕੀ, ਹਿਜਰ ਵਿਛੋੜੇ ਦੀ ਮਾਰ ਕੇ ਬੁੱਕਲ, ਅਥਰੂ ਪੀਂਦਿਆਂ ਜੋਬਣ ਲੰਘਿਆ, ਸਖੀਆਂ ਭੇਤ ਫਰੋਲਨ ਸਭੇ, ਪਰ ਕੋਈ ਨਹੀਂ ਬਣਦੀ ਸਕੀ,
नी मैं हाड़े कर थकी। एक नज़म है, उदा सरनामा है दुआ। जिस धरती सानू जमिया जाया, जिस धरती सानू गोद खिडाया, जिस धरती साडा माण वधाया, उस दी बोली बोलन लगिया साडा सिर क्यों झुक जाता है। रब्बा सानू गुंगिया कर दे। एक ये भी बोली विच नज़म है। मंजिलों तो दुराड़ियां लोगों ना कबित, सदियां ते जमानियां तो असी अपने वड वडेरिया ने खुरिया ना खुरा मेज के डिंग फड़िंगियां रावां उत्ते टुरने रहे हैं। कच्चियां ते कुसारियां जाइयां ने टिक्के तोड़े खा के अपना झट लगाने रहे हैं। बरे हजे ताईं अड्डा पैंडा मुक्या नहीं, ज्यों खुईए ने चौगिरदे अखियां बदे दांदे ना पैंडा काट नहीं होना। वेड़ा हिंजी लगन रना हिक्की खुईए ने चौगिरदे पौन्या पौन्या।